ਸਤਿ ਸ਼੍ਰੀ ਅਕਾਲ। ਪੰਜਾਬ ਤੱਕ ਵਿਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਮਨਜੀਤ ਸਹਿਗਲ। ਬੁਲੇਟਿਨ ਵਿੱਚ ਅੱਜ ਗੱਲ ਕਰਾਂਗੇ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਲਗਾਤਾਰ ਹੋ ਰਹੀ ਗੱਲਬਾਤ ਹੁਣ ਬੇਨਤੀਜਾ ਰਹਿ ਰਹੀ ਹੈ। 6 ਦੌਰ ਇਸ ਮੀਟਿੰਗ ਦੇ ਹੋ ਚੁੱਕੇ ਨੇ ਲੇਕਿਨ ਸਾਰੇ ਬੇਨਤੀਜੇ। ਤੇ ਹੁਣ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦਾ ਜਿਹੜਾ ਵਿਸਤਾਰ ਹੈ ਉਹ ਦੱਖਣ ਭਾਰਤ ਤੱਕ ਵੀ ਪਹੁੰਚਣੇ ਦੀ ਆਸ਼ੰਕਾ ਹੈ, ਕਿਉਂਕਿ 9 ਜਿਹੜੇ ਅਮੈਂਡਮੈਂਟਸ ਸੈਂਟਰ ਗਵਰਨਮੈਂਟ ਨੇ ਸੁਜੈਸਟ ਕੀਤੇ ਸੀ ਉਹ ਕਿਸਾਨ ਜਥੇਬੰਦੀਆਂ ਨੇ ਰਿਜੈਕਟ ਕਰ ਦਿੱਤੇ ਨੇ ਤੇ ਹੁਣ ਆਹਵਾਨ ਇਹ ਕੀਤਾ ਗਿਆ ਹੈ, ਅਪੀਲ ਇਹ ਕੀਤੀ ਗਈ ਹੈ ਕਿ ਹੋਰ ਕਿਸਾਨ ਜਿਹੜੇ ਘਰ ਬੈਠੇ ਨੇ ਉਹ ਵੀ ਉਹਨਾਂ ਵਿੱਚ ਸ਼ਾਮਲ ਹੋ ਜਾਣ। ਤੇ ਆਓ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੈਂਟਰ ਗਵਰਨਮੈਂਟ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਹੋ ਰਹੀ ਟੇਬਲ ਟਾਕਸ ਲਗਾਤਾਰ ਬੈਠਕਾਂ ਦੀ ਬੇਨਤੀਜਾ ਰਹਿਣ ਦੇ ਬਾਰੇ। 6 ਦੌਰ ਹਾਲੇ ਤੱਕ ਹੋ ਚੁੱਕੇ ਨੇ, ਸਾਰੇ ਕੇ ਸਾਰੇ ਦੌਰ ਬੇਨਤੀਜਾ ਰਹੇ ਨੇ, ਬੇਸਿੱਟਾ ਰਹੇ ਨੇ, ਉਹਦਾ ਕੋਈ ਨਤੀਜਾ ਜਾਂ ਨਿਚੋੜ ਨਹੀਂ ਨਿਕਲਿਆ। ਇਹਦਾ ਮਤਲਬ ਇਹ ਕਿ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੈ ਹੁਣ ਥੰਮਣੇ ਵਾਲਾ ਨਹੀਂ ਹੈ, ਅੱਗੇ ਵਧੇਗਾ, ਹੋਰ ਤੇਜ਼ ਹੋਏਗਾ। ਤੇ ਵੈਡਨਸਡੇ ਯਾਨੀ ਬੁੱਧਵਾਰ ਦੀ ਗੱਲ ਕਰੀਏ ਤੇ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਹੁਣ ਉਹਨਾਂ ਨੇ ਜਿਹੜਾ ਪ੍ਰੋਟੈਸਟ ਹੈ ਉਹ ਅੱਗੇ ਵਧਾਉਣ ਦੀ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਹੈ। ਇਹ ਪ੍ਰੋਟੈਸਟ ਹੋਰ ਵਧੇਗਾ ਤੇ ਵੱਡੀ ਗੱਲ ਇਹ ਹੈ ਕਿ ਹੁਣ ਇਹ ਕਿਸਾਨ ਅੰਦੋਲਨ न केवल दिल्ली बल्कि देश के होर हिस्सों में भी फैलने की आशंका है। दक्षिण भारत में भी कई किसान जथेबंदियां ने हुण डिस्ट्रिक्ट लैवल पर प्रोटेस्ट करने का ऐलान किया। किसान आगुआं ने हुण होर किसानों को सद्दिया है कि तुसीं आओ साडे नाल रल जाओ तो इस प्रोटेस्ट को होर मजबूत करो। तो किसान प्रोटेस्ट के चलदियां जो हाले तक दिल्ली तक लिमिटेड रहा सी, ਜਿਹੜੇ ਕਿਸਾਨ ਦਿੱਲੀ ਬਾਰਡਰ ਦੇ ਆਸ-ਪਾਸ ਖਾਸਕਰ ਹਰਿਆਣੇ ਦੇ ਰਹਿੰਦੇ ਨੇ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ। ਉਹਨਾਂ ਨੂੰ ਆਪਣੇ ਜਿਹੜੇ ਉਤਪਾਦ ਨੇ ਡੇਅਰੀ ਪ੍ਰੋਡਕਟਸ, ਵੈਜੀਟੇਬਲਸ ਜਾਂ ਫਿਰ ਫੂਲ ਉਹਨਾਂ ਨੂੰ ਦਿੱਲੀ ਪਹੁੰਚਾਉਣ ਵਿੱਚ ਦਿੱਕਤ ਆ ਰਹੀ ਹੈ। ਤੇ ਜਿਹੜਾ ਛੋਟੇ ਕਿਸਾਨਾਂ ਦਾ ਤਬਕਾ ਹੈ ਉਹ ਬੜਾ ਪ੍ਰਭਾਵਿਤ ਹੈ, ਉਸ ਨੂੰ ਰੋਜੀ ਰੋਟੀ ਦੇ ਲਾਲੇ ਪਏ ਨੇ। ਮਜਬੂਰੀ ਵਿੱਚ ਕਿਸਾਨ ਜਾਂ ਤਾਂ ਆਪਣੀ ਸਬਜ਼ੀਆਂ ਗੋਭੀ ਖਾਸਕਰ 2 ਤੇ 5 ਰੁਪਏ ਵਿੱਚ ਵੇਚ ਰਹੀਆਂ ਨੇ ਜਾਂ ਫਿਰ ਮੁਫਤ ਵਿੱਚ ਵੀ ਵੰਡ ਰਹੀਆਂ ਨੇ। ਜ਼ਿਆਦਾਤਰ ਕਿਸਾਨ ਆਪਣੀ ਸਬਜ਼ੀਆਂ ਹੁਣ ਕਿਸਾਨਾਂ ਦਾ ਜਿੱਥੇ ਪ੍ਰੋਟੈਸਟ ਚੱਲਿਆ ਹੋਇਆ ਉੱਥੇ ਜਾ ਕੇ ਡੋਨੇਟ ਕਰ ਰਹੀਆਂ ਨੇ। ਤੇ ਦੁੱਧ ਵਾਲਿਆਂ ਦੀ ਗੱਲ ਵੀ ਇਹੋ ਜਿਹੀ ਹੈ, ਉਹਨਾਂ ਨੇ ਜਿਹੜੇ ਲੋਕਲ ਕਸਟਮਰ ਸੀ ਉਹਨਾਂ ਨੂੰ ਰਿਕੁਐਸਟ ਕੀਤਾ ਕਿ ਤੁਸੀਂ ਸਾਡੇ ਤੋਂ ਵੱਧ ਦੁੱਧ ਲਓ ਕਿਉਂਕਿ ਉਹਨਾਂ ਦਾ ਦੁੱਧ ਵਿਕ ਨਹੀਂ ਰਿਹਾ। ਇਹੋ ਹੀ ਹਾਲ ਫੂਲ ਪੈਦਾ ਕਰਨ ਵਾਲਿਆਂ ਦੀ ਵੀ ਹੈ ਤੇ ਕਿਸਾਨਾਂ ਦਾ ਜਿਹੜਾ ਛੋਟਾ ਤਬਕਾ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ। ਕਿਸਾਨ ਹੀ ਕਿਸਾਨ ਅੰਦੋਲਨ ਦੇ ਨਾਲ ਵੀ ਪ੍ਰਭਾਵਿਤ ਹੋ ਰਿਹਾ। ਇਹ ਬੜੀ ਸੀਰੀਅਸ ਗੱਲ ਹੈ। ਤੇ ਗੱਲ ਹੁਣ ਇੰਡਸਟਰੀ ਦੀ ਵੀ ਕਰ ਲਈਏ। ਜਿਹੜੀ ਇੰਡਸਟਰੀ ਹਰਿਆਣੇ ਵਿੱਚ ਹੈ ਜਾਂ ਦਿੱਲੀ ਦੇ ਬਾਰਡਰ ਤੇ ਕੋਈ ਮੈਨੂਫੈਕਚਰਿੰਗ ਐਕਟੀਵਿਟੀ ਹੋ ਰਹੀ ਹੈ ਉਹ ਵੀ ਇਸ ਦੇ ਚਲਦਿਆਂ ਵੱਡੀ ਪ੍ਰਭਾਵਿਤ ਹੋਈ। ਤੇ ਸੈਂਟਰ ਗਵਰਨਮੈਂਟ ਨੇ ਹਾਲੇ ਤੱਕ 9 ਅਮੈਂਡਮੈਂਟਸ ਸੁਜੈਸਟ ਕੀਤੀਆਂ ਨੇ ਤੇ ਕਿਸਾਨ ਜਥੇਬੰਦੀਆਂ ਇਨ ਅਮੈਂਡਮੈਂਟਸ ਨੂੰ ਮੰਨਣੇ ਨੂੰ ਤਿਆਰ ਨਹੀਂ। ਉਹਨਾਂ ਦੀ ਸਿੱਧੀ ਔਰ ਸਿੱਧੀ ਇੱਕੋ ਹੀ ਮੰਗ ਹੈ ਕਿ ਜਿਹੜੇ 3 ਖੇਤੀ ਕਾਨੂੰਨ ਤੁਸੀਂ ਲਿਆਂਦੇ ਨੇ ਉਹਨਾਂ ਨੂੰ ਰੱਦ ਕਰੋ, ਸਕ੍ਰੈਪ ਕਰੋ। ਜੇ ਜਦ ਤੱਕ ਤੁਸੀਂ ਸਕ੍ਰੈਪ ਨਹੀਂ ਕਰੋਗੇ ਸਾਡਾ ਜਿਹੜਾ ਪ੍ਰੋਟੈਸਟ ਹੈ ਇਸ ਤਰ੍ਹਾਂ ਹੀ ਚੱਲਦਾ ਤੇ ਡੈਡਲੌਕ ਹੁਣ ਖਤਮ ਹੋਣੇ ਦੀ ਬਜਾਏ ਵੱਧ ਰਿਹਾ ਹੈ ਔਰ ਜੇ ਆਸਾਰ ਦੇਖੀਏ ਤੇ ਉਹ ਜਲਦੀ ਖਤਮ ਹੋਣੇ ਦੇ ਨਹੀਂ ਹੈ। ਕਿਸਾਨ ਜਥੇਬੰਦੀਆਂ ਕਿਉਂਕਿ ਅੜੀਆਂ ਹੋਈਆਂ ਉਹਨਾਂ ਨੂੰ ਸੈਂਟਰ ਗਵਰਨਮੈਂਟ ਦੀ ਪ੍ਰਪੋਜ਼ਲ ਮਨਜ਼ੂਰ ਨਹੀਂ। ਦੇਖਣਾ ਦਿਲਚਸਪ ਹੋਏਗਾ कि आगे हुण ये आंदोलन की रूप लेता है, कि ये नेशन वाइड राष्ट्रव्यापी बन जाता है या फिर नहीं। किसान जथेबंदियां दा दे आपस में कोई गलबात होती है कि इसको सैटल कर लिए या फिर नहीं। तो ऐसी आज का बुलेटिन, आज की डिस्कशन तुहानूं किहड़ी लगी सानूं जरूर दस्सिओ। तुहानूं तुहाडी सजेशन दा हमेशा दी तरह